ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਾਸ ਗੱਲਾਂ ਬਾਤਾਂ ਜੋ ਹੁਣ ਕਾਂਗਰਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰ ਰਹੀਆਂ। ਬੀਤੀ ਰਾਤ ਤੋਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ, ਦਿਨ ਰਾਤ, ਕਦੇ ਕਿਸੇ ਮੰਤਰੀ ਦੇ ਘਰੇ ਕੋਈ ਆਗੂ ਜਾ ਰਿਹਾ ਹੈ, ਕਦੇ ਕੋਈ ਕਿਸੇ ਦੇ ਘਰੇ ਮੀਟਿੰਗਾਂ ਕਰ ਰਿਹਾ ਹੈ। ਵੱਡੇ ਵੱਡੇ ਬਿਆਨ ਕਾਂਗਰਸ ਦੇ ਵਿੱਚ ਆਉਣ ਲੱਗੇ ਨੇ। ਕੁਝ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਖੜੇ ਨੇ। ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਦੀ ਮੰਗ ਹੋ ਗਈ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਸਾਹਿਬ, ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਡੱਲਾ ਸਾਹਿਬ, ਜਿਸ ਤਰ੍ਹਾਂ ਖਲਾਰਾ ਹੁਣ ਕਾਂਗਰਸ ਦੇ ਵਿੱਚ ਪੈ ਗਿਆ ਹੈ, ਲੱਗਦਾ ਹੈ ਕਿ ਇਕੱਠਾ ਕਰ ਲੂ ਕਾਂਗਰਸ ਬਹੁਤ ਛੇਤੀ? ਦੇਖੋ, ਇਹ ਸਵਾਲ ਹੈ ਜਿਹੜਾ ਤੁਹਾਡਾ, ਇਹ ਬਹੁਤ ਵੱਡਾ ਅਹਿਮੀਅਤ ਵਾਲਾ ਹੈ। ਇਹ ਖਿਲਾਰਾ ਕਾਂਗਰਸ ਨੂੰ ਇਕੱਠਾ ਕਰਨਾ ਪੈਣਾ, ਨਹੀਂ ਤਾਂ 2022 ਦੀਆਂ ਚੋਣਾਂ 'ਚ ਕਾਂਗਰਸ ਇਕੱਠੀ ਹੋ ਜੂ। ਹੁਣ ਰੋਲ ਹਾਈ ਕਮਾਂਡ ਦਾ ਵੀ ਬਹੁਤ ਵੱਡਾ ਹੈ, ਔਰ ਦੂਜੇ ਪਾਸੇ ਇਹ ਵੀ ਗੱਲ ਲਗਭਗ ਸਾਫ਼ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਦੀ ਪਿੱਠ ਤੇ ਹਾਈ ਕਮਾਂਡ ਖੜੀ ਹੈ, ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਕਈ ਦਿਨਾਂ ਤੋਂ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਖੁੱਲ੍ਹਮ ਖੁੱਲ੍ਹਾ ਸਿਆਸੀ ਜੰਗ ਚੱਲ ਰਹੀ ਹੈ, ਹਾਈ ਕਮਾਂਡ ਵਿੱਚ ਜ਼ਰੂਰ ਪੈਂਦੀ। ਮੈਨੂੰ ਇਹ ਲੱਗਦਾ ਹੈ ਕਿ ਹਰੀਸ਼ ਰਾਵਤ ਵੀ ਹੁਣ ਸਿਰਫ ਨਾਮ ਦੇ ਪ੍ਰਭਾਰੀ ਰਹਿ ਗਏ ਨੇ। ਹਰੀਸ਼ ਰਾਵਤ ਦੀ ਤੁਸੀਂ ਭੂਮਿਕਾ ਨਹੀਂ ਦੇਖ ਰਹੇ ਇਸ ਪੂਰੇ ਮਾਮਲੇ ਦੇ ਵਿੱਚ। ਦੇਖੋ, ਉਹ ਪੋਜ਼ਿਟਿਵ ਹੋ ਗਏ ਸੀ, ਹਰੀਸ਼ ਰਾਵਤ ਮੇਰੀ ਤਰ੍ਹਾਂ, ਮੈਂ ਵੀ ਠੀਕ ਹੋ ਗਿਆ, ਉਹ ਵੀ ਠੀਕ ਹੋ ਗਏ, ਸਾਰੇ ਹੀ ਠੀਕ ਹੋ ਜਾਣ ਦੁਨੀਆ 'ਚ ਜਿੰਨੇ ਲੋਕ ਪੋਜ਼ਿਟਿਵ ਨੇ। ਕੋਵਿਡ ਤੋਂ ਨੈਗੇਟਿਵ ਹੋ ਜਾਣ ਪਰ ਜ਼ਿੰਦਗੀ 'ਚ ਸਾਰੇ ਪੋਜ਼ਿਟਿਵ ਬਣੇ ਰਹਿਣ। ਹੁਣ ਤੁਸੀਂ ਦੇਖੋ, ਐਡਾ ਵੱਡਾ ਲਗਾਤਾਰ ਨਵਜੋਤ ਸਿੰਘ ਸਿੱਧੂ ਹਮਲਾ ਕਰ ਰਹੇ ਨੇ ਕੈਪਟਨ ਅਮਰਿੰਦਰ ਤੇ। ਹਮਲਾ ਨਹੀਂ ਕਰ ਰਹੇ, ਇਨਸਾਫ ਦੀ ਮੰਗ ਕਰ ਰਹੇ ਨੇ ਕੈਪਟਨ ਅਮਰਿੰਦਰ ਤੋਂ। ਰੋਜ਼ ਟਵੀਟ, ਹਰ 24 ਘੰਟਿਆਂ 'ਚ ਟਵੀਟ ਆ ਜਾਂਦਾ। ਹੁਣ ਤਾਂ ਪੱਤਰਕਾਰਾਂ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਕਿ ਬਸ ਟਵੀਟ ਸਿੱਧੂ ਸਾਹਿਬ ਦਾ ਆਉਣ ਵਾਲਾ ਹੈ। ਇਹ ਸਥਿਤੀਆਂ ਬਣ ਗਈਆਂ। ਇੰਟੈਲੀਜੈਂਸ CID ਪੰਜਾਬ ਦੀ ਕਹਿੰਦੇ ਦੁਪਹਿਰ ਦੇ ਟਾਈਮ ਨੂੰ CID ਔਰ ਇੰਟੈਲੀਜੈਂਸ ਵਾਲੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਫੇਸਬੁੱਕ, ਟਵਿੱਟਰ ਖੋਲ੍ਹ ਕੇ ਬੈਠੇ ਰਹਿੰਦੇ ਆ ਵੀ ਜਿੱਦਾਂ ਹੀ ਟਵੀਟ ਆਏ ਅਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਨੇੜਲੇ ਅਫਸਰਾਂ ਨੂੰ ਭੇਜੀਏ। ਮਤਲਬ ਇਸ ਤਰੀਕੇ ਦੀ ਹੋੜ ਇਸ ਵਕਤ ਅਫਸਰਸ਼ਾਹੀ ਦੇ ਵਿੱਚ ਮੱਚੀ ਹੋਈ ਹੈ। ਹਰ ਕੋਈ ਸਿੱਧੂ ਦੇ ਟਵੀਟ ਦਾ ਇੰਤਜ਼ਾਰ ਕਰਦਾ। ਜਿਵੇਂ ਪੁਰਾਣੇ ਸਮਿਆਂ 'ਚ ਜਦੋਂ ਦੂਰਦਰਸ਼ਨ ਦਾ ਚੈਨਲ ਕਰਦਾ ਸੀ ਨਾ, ਉਹਦੇ 'ਤੇ ਇੱਕ ਸਤਰੰਗੀ ਪੱਟੀ ਆਉਂਦੀ ਸੀ, ਅਸੀਂ ਉਡੀਕਦੇ ਰਹਿੰਦੇ ਸੀ ਕਾਫੀ ਦਿਨ ਸ਼ਾਮ ਨੂੰ ਵੀ ਇਹ ਪੱਟੀ ਹਟੂਗੀ ਤੇ ਫਿਰ ਪ੍ਰੋਗਰਾਮ ਸ਼ੁਰੂ ਹੋਣਗੇ। ਸੋ ਸਿੱਧੂ ਦੇ ਟਵੀਟ ਦੀਆਂ ਉਹ ਸਥਿਤੀਆਂ ਹੋ ਗਈਆਂ ਸਿਆਸੀ ਹਲਕਿਆਂ 'ਚ। ਗੱਲ ਸਿੱਧੂ ਦੇ ਟਵੀਟਾਂ ਦੀ ਬਿਲਕੁਲ ਸਹੀ ਹੈ ਕਿ ਅਸੀਂ ਇਨਸਾਫ ਮੰਗ ਰਹੇ ਹਾਂ, ਪੰਜਾਬੀ ਇਨਸਾਫ ਚਾਹੁੰਦੇ ਨੇ, ਪਰ ਸਵਾਲ ਇਹ ਹੈ ਕਿ ਹਰੀਸ਼ ਰਾਵਤ ਕਿੱਥੇ ਨੇ, ਜਿਹੜੇ ਪ੍ਰਭਾਰੀ ਨੇ ਕਾਂਗਰਸ ਦੇ, ਜਿਹੜੇ ਕਹਿੰਦੇ ਸੀ ਕਿ ਅਸੀਂ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਵਾਂਗੇ। ਕੈਪਟਨ ਵੀ ਜਿਹੜੇ ਕਹਿੰਦੇ ਸੀ ਵੱਡੇ ਲੀਡਰ ਨੇ, ਹਾਈ ਕਮਾਂਡ ਵਰਗੇ ਨੇ। ਅਸਲ 'ਚ ਇਹ ਹੈ ਕਿ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਜੋ ਕੁਝ ਇਸ ਵਕਤ ਵਾਪਰ ਰਿਹਾ ਹੈ, ਹਾਈ ਕਮਾਂਡ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸਿੱਧੂ ਔਰ ਕੈਪਟਨ ਅਮਰਿੰਦਰ 'ਚ ਸਮਝੌਤਾ ਹੋਵੇ, ਤਾਲਮੇਲ ਹੋਵੇ। ਉਸ ਵਕਤ ਖਬਰਾਂ ਇਹ ਨੇ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ 'ਤੇ ਅੜੇ ਰਹੇ ਕਿ ਨਵਜੋਤ ਸਿੰਘ ਸਿੱਧੂ ਨੂੰ ਮੇਰੀ ਗੱਲ ਮੰਨਣੀ ਪਏਗੀ ਕਿਉਂਕਿ ਮੈਂ ਮੁੱਖ ਮੰਤਰੀ ਹਾਂ ਔਰ ਮੇਰੇ ਅਧਿਕਾਰ ਖੇਤਰ ਦੇ ਮੁਤਾਬਕ ਉਹਨੂੰ ਚੱਲਣਾ ਪਏਗਾ। ਲੇਕਿਨ ਪਾਰਟੀ ਦੀ ਹਾਈ ਕਮਾਂਡ ਕਿਤੇ ਨਾ ਕਿਤੇ ਸਿੱਧੂ ਨੂੰ ਵੱਡੇ ਰੋਲ 'ਤੇ ਦੇਖਣਾ ਚਾਹੁੰਦੀ ਸੀ, ਕਿਉਂਕਿ ਨਵਜੋਤ ਸਿੰਘ ਸਿੱਧੂ ਕਰਕੇ ਵੀ 2017 'ਚ ਬਹੁਤ ਫਾਇਦਾ ਮਿਲਿਆ ਕਾਂਗਰਸ ਨੂੰ। ਅਗਰ ਸਿੱਧੂ ਉਸ ਵਕਤ ਆਮ ਆਦਮੀ 'ਚ ਚਲੇ ਜਾਂਦੇ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਹੈ। ਸਿੱਧੂ ਔਰ ਪ੍ਰਗਟ ਸਿੰਘ ਇੱਧਰ ਆ ਗਏ, ਜਿਹਦੇ ਨਾਲ ਸਿੱਧੂ ਦੇ ਆਉਣ ਦਾ ਬਹੁਤ ਜ਼ਿਆਦਾ ਫਰਕ ਪਿਆ, ਪ੍ਰਗਟ ਸਿੰਘ ਦੇ ਆਉਣ ਦਾ ਵੀ ਫਰਕ ਪਿਆ। ਉਹਦੇ ਕਰਕੇ ਹੁਣ ਸਥਿਤੀਆਂ ਇਹ ਨੇ, ਹਾਈ ਕਮਾਂਡ ਇਹਨਾਂ ਦੀ ਭੂਮਿਕਾ ਨੂੰ ਸਮਝਦੀ ਹੈ, ਨਵਜੋਤ ਸਿੰਘ ਸਿੱਧੂ, ਪਰ ਕਿਤੇ ਨਾ ਕਿਤੇ ਸਮਝੌਤਾ ਨਹੀਂ ਹੋਇਆ ਕੈਪਟਨ ਅਮਰਿੰਦਰ ਔਰ ਸਿੱਧੂ ਦਾ। ਦੇਖੋ ਗਗਨ, ਇਹ ਤਾਂ ਗੱਲ ਕੈਪਟਨ ਅਮਰਿੰਦਰ ਵੀ ਮੰਨੇ ਸੀ ਨਾ ਕਿ ਮੇਰੇ ਸਾਥੀ, ਮੇਰੀ ਟੀਮ ਚਾਹੁੰਦੀ ਹੈ ਕਿ ਸਿੱਧੂ ਸਾਡੇ ਨਾਲ ਕੰਮ ਕਰੇ, ਤੇ ਸਿੱਧੂ ਨੇ ਚਾਹ 'ਤੇ ਔਰ ਲੰਚ 'ਤੇ ਸੱਦਿਆ ਸੀ। ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਸੱਦਿਆ ਸੀ। ਉਸ ਦਿਨ ਪ੍ਰਧਾਨ ਮੰਤਰੀ ਨਾਲ ਮੀਟਿੰਗ ਸੀ, ਕਹਿੰਦੇ ਲੰਚ ਨਹੀਂ ਹੋਇਆ, ਸਿੱਧੂ ਚਾਹ ਪੀ ਕੇ ਗਿਆ। ਕੈਪਟਨ ਅਮਰਿੰਦਰ ਕਹਿੰਦੇ ਕਿ ਮੈਂ ਸਿੱਧੂ ਨਾਲ ਗੱਲ ਕੀਤੀ, ਇੱਛਾ ਜਤਾਈ, ਪਰ ਸਿੱਧੂ ਸਮਾਂ ਮੰਗ ਰਿਹਾ ਸੀ। ਇਹਦਾ ਮਤਲਬ ਹੈ ਸਿੱਧੂ ਨੇ ਨਾ ਕਰਤੀ, ਗੱਲ ਵਿਗੜ ਗਈ। ਕੈਪਟਨ ਅਮਰਿੰਦਰ ਨੇ ਕਹਿਤਾ ਸਿੱਧੂ ਦੀਆਂ ਕੇਜਰੀਵਾਲ ਨਾਲ ਮੀਟਿੰਗਾਂ ਹੋਈਆਂ ਨੇ। ਉਹ ਬਿਆਨ ਸੀ ਜਿਹੜਾ ਨਾ, ਇੱਕ ਬੀਬੀ ਨੂੰ ਇੰਟਰਵਿਊ ਦਿੱਤੀ ਸੀ, ਜਿਹੜੀ ਇੱਕ ਪੱਤਰਕਾਰ ਬੀਬੀ ਨੂੰ ਕੈਪਟਨ ਅਮਰਿੰਦਰ ਨੇ। ਕੈਪਟਨ ਅਮਰਿੰਦਰ ਕਹਿੰਦੇ ਵੀ ਸਿੱਧੂ ਦੀਆਂ ਮੀਟਿੰਗਾਂ ਹੋਈਆਂ ਨੇ ਕੇਜਰੀਵਾਲ ਨਾਲ, ਮੈਨੂੰ ਲੱਗਦਾ ਉੱਧਰ ਜਾਊ, ਵੀ ਹੋਰ ਕੋਈ ਰਾਹ ਨਹੀਂ, ਜਾਂ ਇੱਧਰ ਰਹੂਗਾ, BJP ਉਹ ਛੱਡ ਚੁੱਕਿਆ। ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਦੇ ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਮੈਦਾਨ 'ਚ ਆ ਗਏ, ਔਰ ਮੈਨੂੰ ਪੂਰਾ ਭਰੋਸਾ ਕਿ ਹਾਈ ਕਮਾਂਡ ਦਾ ਹੱਥ ਹੈ ਨਵਜੋਤ ਸਿੰਘ ਸਿੱਧੂ ਤੇ। ਨਹੀਂ ਤਾਂ ਹਾਈ ਕਮਾਂਡ ਵਿੱਚ ਆਉਂਦੀ ਨਾ। ਹਰੀਸ਼ ਰਾਵਤ ਬੋਲ ਰਹੇ ਨੇ, ਨਾ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਬਾਰੇ ਕੁਝ ਕਹਿ ਰਹੇ ਨੇ ਕਿ ਮੈਂ ਹਾਈ ਕਮਾਂਡ ਨੂੰ ਸ਼ਿਕਾਇਤ ਭੇਜੂ। ਸੁਨੀਲ ਜਾਖੜ ਥੋੜ੍ਹਾ ਜਿਹਾ ਬੋਲੇ ਸੀ ਕਿ ਅਸੀਂ ਟਵੀਟ ਇਕੱਠੇ ਕਰ ਰਹੇ ਹਾਂ, ਉਹ ਵੀ ਹੁਣ ਸ਼ਾਂਤ ਹੋ ਗਏ। ਉਹਨਾਂ ਨੇ ਮਾਹੌਲ ਦੇਖ ਲਿਆ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦਾ ਬਣ ਰਿਹਾ। ਮੰਤਰੀਆਂ ਦੀਆਂ ਕਈ ਮੰਤਰੀ ਤੇ ਕਈ MLA ਨਵਜੋਤ ਸਿੰਘ ਸਿੱਧੂ ਨਾਲ ਸੰਪਰਕ 'ਚ ਆ ਚੁੱਕੇ ਨੇ ਪੰਜਾਬ ਦੇ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਮੰਤਰੀਆਂ ਦੇ ਬਿਆਨਾਂ ਤੋਂ ਲੱਗਦਾ, MLAਆਂ ਦੇ ਬਿਆਨਾਂ ਤੋਂ ਲੱਗਦਾ। ਬਹੁਤ ਸਾਰੇ MLA ਨੇ ਗਗਨ ਜਿਨ੍ਹਾਂ ਨਾਲ ਗੱਲ ਹੁੰਦੀ ਹੈ ਜਦੋਂ ਸਾਥੀ ਪੱਤਰਕਾਰਾਂ ਦੀ ਆਪਸ 'ਚ, ਤੇ ਸਾਰੇ MLA ਕਹਿ ਰਹੇ ਨੇ ਕਿ ਸਿੱਧੂ ਜੋ ਕਰ ਰਿਹਾ ਉਹ ਤਾਂ ਇਨਸਾਫ ਦੀ ਮੰਗ ਕਰ ਰਿਹਾ। ਔਰ ਹੁਣ ਦੇਖੋ, ਰਵਨੀਤ ਬਿੱਟੂ ਪਹਿਲਾਂ ਸਿੱਧੂ ਨੂੰ ਕਹਿ ਰਹੇ ਸੀ ਕਿ ਸਿੱਧੂ 'ਤੇ ਕਾਰਵਾਈ ਕਰੋ, ਅਨੁਸ਼ਾਸਨੀ ਕਾਰਵਾਈ ਕਰੋ।
ਹੁਣ ਰਵਨੀਤ ਬਿੱਟੂ ਨੇ ਵੀ, ਕੱਲ ਮੈਂ ਉਹਦੀ ਇੰਟਰਵਿਊ ਦੇਖੀ ਇੱਕ ਟੈਲੀਵਿਜ਼ਨ 'ਚ, ਰਵਨੀਤ ਬਿੱਟੂ ਵੀ ਕਹੀ ਜਾਂਦਾ ਕਿ ਸਾਨੂੰ ਇਨਸਾਫ ਦੇਣਾ ਤਾਂ ਬਣਦਾ ਹੈ, ਲੋਕ ਤਾਂ ਸਵਾਲ ਕਰਨਗੇ। ਇਹਦਾ ਮਤਲਬ ਹੈ ਰਵਨੀਤ ਬਿੱਟੂ ਨੇ ਵੀ ਆਪਣੀ ਗੱਲ ਨੂੰ ਥੋੜ੍ਹਾ ਜਿਹਾ ਦਰੁਸਤ ਕੀਤਾ ਹੈ। ਭਾਵੇਂ ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨਾਲ ਇਸ ਵਕਤ ਅੰਡਰਸਟੈਂਡਿੰਗ ਨਹੀਂ ਹੈ, ਪਰ ਰਵਨੀਤ ਬਿੱਟੂ ਇਹ ਨਹੀਂ ਕਹਿ ਸਕਦਾ ਕਿ ਜਿਹੜੀਆਂ ਮੰਗਾਂ ਹੋ ਰਹੀਆਂ ਨੇ ਇਨਸਾਫ ਦੀਆਂ ਉਹ ਗਲਤ ਨੇ। ਉਹਦੀ ਇੰਟਰਵਿਊ ਸੁਣੋ ਰਵਨੀਤ ਬਿੱਟੂ ਦੀ, ਉਹਦੇ 'ਚ ਸਪਸ਼ਟ ਹੋ ਗਿਆ। ਔਰ ਇਹ ਵੀ ਗੱਲ ਪਤਾ ਲੱਗ ਗਈ, ਕੱਲ ਪ੍ਰਤਾਪ ਬਾਜਵਾ, ਰਵਨੀਤ ਬਿੱਟੂ, ਰੰਧਾਵਾ, ਇਹ ਸਾਰੇ ਲੋਕ ਇਕੱਠੇ ਹੋ ਰਹੇ ਨੇ, ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਠੀਕ ਹੈ, ਇਹ ਬਾਗੀ ਨਹੀਂ, ਇਹ ਬਗਾਵਤ ਨਹੀਂ ਕਰ ਰਹੇ ਕੋਈ ਵੀ। ਪਾਰਟੀ 'ਚ ਇਹਨਾਂ ਦਾ ਹੱਕ ਹੈ। ਜਿਹੜੀ ਗੱਲ ਆਈ ਕਿ ਸਿੱਧੂ ਦੀ, ਰੰਧਾਵੇ ਦੀ, ਚੰਨੀ ਦੀ ਔਰ ਹੋਰ MLA ਕਈ ਮੀਟਿੰਗਾਂ 'ਚ ਰਹੇ ਨੇ, ਮੀਟਿੰਗਾਂ ਕੀਤੀਆਂ, ਤਾਂ ਉਹ ਕੋਈ ਬਗਾਵਤ ਵਾਲੀਆਂ ਮੀਟਿੰਗਾਂ ਨਹੀਂ ਕਰ ਰਹੇ। ਉਹ ਗੁਰੂ ਸਾਹਿਬ ਦੇ ਇਨਸਾਫ ਲਈ ਅਗਰ ਕਿਤੇ ਇਕੱਠੇ ਹੋ ਗਏ, ਸਬੱਬ ਨਾਲ ਹੋ ਗਏ ਜਾਂ ਆਨੇ ਬਹਾਨੇ ਹੋ ਗਏ, ਤੇ ਉਹਦੇ 'ਚ ਕੋਈ ਬੁਰਾਈ ਵਾਲੀ ਗੱਲ ਵੀ ਨਹੀਂ। ਔਰ ਮੈਨੂੰ ਲੱਗਦਾ ਉਹ ਗੱਲਾਂ ਹੁਣ ਲਗਭਗ ਸਾਫ਼ ਹੋ ਗਈਆਂ। ਹੁਣ ਤਾਂ ਲਗਾਤਾਰ MLA ਤੇ ਮੰਤਰੀ ਆਪਸ 'ਚ ਇੱਕ ਦੂਜੇ ਨਾਲ ਸੰਪਰਕ 'ਚ ਔਰ ਇਹਨਾਂ ਗੱਲਾਂ 'ਤੇ ਵਿਚਾਰ ਚਰਚਾ ਕਰ ਰਹੇ ਨੇ। ਹੁਣ ਤੁਸੀਂ ਦੇਖੋ, ਮੈਂ ਬੜਾ ਹੈਰਾਨ ਆ, 3 ਮੰਤਰੀਆਂ ਨੇ ਬਿਆਨ ਦਿੱਤਾ। ਇੱਕ ਜਿਹੜੇ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਸੀ ਕੈਪਟਨ ਅਮਰਿੰਦਰ ਉਹਨਾਂ ਨੇ, ਸਾਧੂ ਸਿੰਘ ਧਰਮਸੋਤ, ਉਹ ਕਹਿੰਦਾ ਸਿੱਧੂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੁੰਦਰ ਸ਼ਾਮ ਅਰੋੜਾ ਜਿਹੜੇ ਕਿ ਮੰਤਰੀ ਨੇ ਇੰਡਸਟਰੀ ਦੇ, ਉਹ ਕਹਿੰਦੇ ਸਿੱਧੂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬ੍ਰਹਮ ਇੰਦਰਾ ਸਾਹਿਬ ਕਹਿੰਦੇ ਸਿੱਧੂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸਵਾਲ ਇਹ ਹੈ ਕਿ ਇਹ ਤਿੰਨੇ ਵੱਡੇ ਲੀਡਰ ਇਹ ਪੁੱਛਣ ਦੀ ਹਿੰਮਤ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਰੱਖਣਗੇ ਕਿ ਅਸੀਂ ਵਾਅਦੇ ਕੀਤੇ ਸੀ, ਅਸੀਂ ਵਾਅਦਾ ਕਰਕੇ ਸਰਕਾਰ ਬਣਾਈ ਕਿ ਅਸੀਂ ਇਨਸਾਫ ਦੇਵਾਂਗੇ ਕੋਟਕਪੁਰੇ ਵਾਲਾ। ਇਹ ਤਿੰਨੇ ਮੰਤਰੀ ਗਗਨ ਕੀ ਇਹ ਹਿੰਮਤ ਰੱਖਣਗੇ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛ ਸਕਣ ਕਿ ਅਸੀਂ ਇਨਸਾਫ ਕਦੋਂ ਦੇਵਾਂਗੇ? ਉਹੀ ਗੱਲ ਸਿੱਧੂ ਕਰ ਰਿਹਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਗਗਨ, ਜਿਹੜਾ ਮੰਤਰੀ ਸਿੱਧੂ ਤੇ ਕਾਰਵਾਈ ਦੀ ਮੰਗ ਕਰੂਗਾ, ਮੈਨੂੰ ਇਹ ਲੱਗਦਾ ਜਿਹੜਾ ਮੰਤਰੀ ਵੀ ਸਿੱਧੂ ਤੇ ਕਾਰਵਾਈ ਦੀ ਮੰਗ ਕਰੂਗਾ, ਕਿਤੇ ਨਾ ਕਿਤੇ ਉਹ ਮੰਤਰੀ ਇਕੱਲਾ ਨਾ ਪੈਣ ਲੱਗ ਜੇ। ਇਹ ਮਾਮਲਾ ਸਾਡੀਆਂ ਸਾਰਿਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਇਨਸਾਫ ਦਾ, ਔਰ ਇਨਸਾਫ ਦਾ ਵਾਅਦਾ ਕਰ ਸਰਕਾਰਾਂ ਪੰਜਾਬ 'ਚ ਬਣੀਆਂ ਨੇ। ਇਸ ਕਰਕੇ ਜਿਹੜੇ ਮੰਤਰੀ ਹੈ ਇਹੋ ਜਿਹੇ ਬਿਆਨ ਦੇ ਰਹੇ ਨੇ, ਇੱਕ ਦੋ ਮੈਨੂੰ ਲੱਗਦਾ ਬਾਕੀ ਤਿਆਰ ਨਹੀਂ ਹੋਏ ਹੋਣੇ ਬਾਕੀ ਤਿਆਰ ਨਹੀਂ ਹੋਏ ਹੋਣੇ ਮੈਨੂੰ ਲੱਗਦੇ ਨੇ। ਇਹ ਬਹੁਤ ਇੱਕ ਗਹਿਰੀ ਸਿਆਸੀ ਜਿਹੜੀ ਡਿਵੈਲਪਮੈਂਟ ਹੈ ਪੰਜਾਬ ਦੇ ਵਿੱਚ ਹੋ ਰਹੀ ਹੈ, ਔਰ ਇਹਦੇ ਬਹੁਤ ਵੱਡੇ ਪੋਲੀਟੀਕਲ ਨਤੀਜੇ ਨਿਕਲਣਗੇ ਪੰਜਾਬ 'ਚ। ਡੱਲਾ ਸਾਹਿਬ, ਜਿਸ ਤਰ੍ਹਾਂ ਨਿਕਲ ਰਿਹਾ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ, ਉਸ ਦੇ ਵਿੱਚ ਉਹ ਗ੍ਰਹਿ ਮੰਤਰੀ ਦਾ ਜ਼ਿਕਰ ਕਰਦੇ ਨੇ ਕਿ ਗ੍ਰਹਿ ਮੰਤਰੀ ਕਾਰਵਾਈ ਕਰ ਸਕਦੇ ਸੀ, ਕੀਤੀ ਨਹੀਂ। ਰਵਨੀਤ ਬਿੱਟੂ ਦਾ ਬਿਆਨ ਵੀ ਇਸੇ ਤਰ੍ਹਾਂ ਰਲਦਾ ਮਿਲਦਾ ਆਇਆ। ਉਹ ਕਹਿੰਦੇ ਕਿ ਜੇਕਰ ਗ੍ਰਹਿ ਮੰਤਰਾਲੇ ਹੁੰਦੇ ਹੋਏ ਵੀ ਕੈਪਟਨ ਅਮਰਿੰਦਰ ਸਿੰਘ ਕੋਈ ਕਾਰਵਾਈ ਨਹੀਂ ਕਰ ਸਕਦੇ ਤਾਂ ਉਹ ਸਾਨੂੰ ਜਾਂ ਮੇਰੇ ਵਰਗੇ ਕਿਸੇ ਹੋਰ ਨੂੰ ਗ੍ਰਹਿ ਮੰਤਰਾਲੇ ਦੇ ਦੇਣ, ਅਸੀਂ ਕਾਰਵਾਈ ਕਰ ਸਕਦੇ ਹਾਂ। ਇਸ ਤੋਂ ਭਾਵ ਕੀ ਨਿਕਲ ਰਿਹਾ, ਇਸ ਤੋਂ ਕਿੱਦਾਂ ਵੇਖ ਰਹੇ? ਇਹਦੇ ਤੋਂ ਤਾਂ ਸਪਸ਼ਟ ਤੌਰ 'ਤੇ ਇਹ ਭਾਵ ਨਿਕਲਦਾ ਹੀ ਹੈ ਨਾ ਕਿ ਇਹ ਗੱਲ ਤਾਂ ਰਵਨੀਤ ਬਿੱਟੂ ਹੋਣੀ ਵੀ ਮਹਿਸੂਸ ਕਰਦੇ ਨੇ ਵੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਸੀ। ਦੇਖੋ, ਰਵਨੀਤ ਬਿੱਟੂ ਭਾਵੇਂ ਸਿੱਧਾ ਕੈਪਟਨ ਅਮਰਿੰਦਰ ਤੇ ਸਵਾਲ ਨਹੀਂ ਚੱਕਦੇ, ਪਰ ਗ੍ਰਹਿ ਮੰਤਰਾਲੇ ਕੌਣ ਹੈ? ਗ੍ਰਹਿ ਮੰਤਰੀ ਕੌਣ ਹੈ ਪੰਜਾਬ ਦਾ? ਗ੍ਰਹਿ ਮੰਤਰੀ ਦਾ ਅਹੁਦਾ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲੇ ਹੈ। ਸੋ ਹੁਣ ਇੱਕ ਤਰੀਕੇ ਨਾਲ ਮੈਂ ਇਹ ਕਹਿ ਸਕਦਾ, ਭਾਵੇਂ ਰਵਨੀਤ ਬਿੱਟੂ ਹੈ ਜਾਂ ਭਾਵੇਂ ਕੋਈ ਹੋਰ ਵਿਧਾਇਕ ਨੇ ਜਿਹੜੇ ਨਹੀਂ ਬੋਲ ਰਹੇ ਗਗਨ, ਜਿਹੜੇ ਇਸ ਮਸਲੇ 'ਚ ਨਹੀਂ ਬੋਲ ਰਹੇ, ਇਹਦਾ ਮਤਲਬ ਹੈ ਉਹਨਾਂ ਦਾ ਵੀ ਸਮਰਥਨ ਇੱਕ ਤਰੀਕੇ ਨਾਲ ਇਸ ਪਾਸੇ ਹੈ ਕਿ ਕੈਪਟਨ ਸਾਹਿਬ ਇਹ ਮਸਲਾ ਸਾਨੂੰ ਨਿਬੇੜਨਾ ਚਾਹੀਦਾ ਸੀ। ਤੁਸੀਂ ਮੈਨੂੰ ਦੱਸੋ ਗਗਨ, ਕੱਲ੍ਹ ਸਰਕਾਰੀ ਪ੍ਰੈਸ ਨੋਟ ਜਾਰੀ ਹੋਇਆ, ਪਹਿਲਾਂ ਵਰਚੁਅਲ ਮੀਟਿੰਗ ਹੋਈ ਨਵੀਂ ਸਿੱਟ ਦੀ, ਕੱਲ੍ਹ ਫੇਰ ਸਿੱਟ ਦੀ ਮੀਟਿੰਗ ਹੋਈ। ਸਿੱਟ ਨੇ ਆਪਣਾ WhatsApp ਨੰਬਰ ਦਿੱਤਾ, ਈਮੇਲ ਨੰਬਰ ਦਿੱਤਾ। ਹੁਣ ਸਿੱਟ ਤੇਜ਼ ਹੋ ਗਈ ਤਾਂ ਕਿ ਲੋਕਾਂ 'ਚ ਇਹ ਗੱਲ ਜਾਵੇ ਕਿ ਸਿੱਟ ਐਕਟਿਵ ਹੋ ਗਈ, ਜਾਂਚ ਫੇਰ ਸ਼ੁਰੂ ਹੋ ਗਈ। ਕੱਲ੍ਹ ਦੀ ਮੀਟਿੰਗ ਤੋਂ ਪਹਿਲਾਂ ਪਰਸੋਂ 2 ਦਿਨਾਂ ਦੇ ਵਿੱਚ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਹੈ, ਜਿਸ 'ਚ ਪੰਜਾਬ ਦੀ ਸਰਕਾਰ ਦੇ ਬੁਲਾਰੇ ਵੱਲੋਂ ਕਿਹਾ ਗਿਆ ਕਿ ਸਿੱਟ ਆਪਣੀ ਜਾਂਚ 2 ਮਹੀਨੇ 'ਚ ਵੀ ਮੁਕੰਮਲ ਕਰ ਸਕਦੀ ਹੈ। ਉਹ ਸਿੱਟ 'ਤੇ ਨਿਰਭਰ ਕਰਦਾ ਹੈ। ਇਹ ਕਹਿਣ ਦੀ ਲੋੜ ਕਿਉਂ ਪਈ ਸਰਕਾਰ ਨੂੰ? ਕਿਉਂਕਿ ਸਿੱਟ ਦੀ ਕਾਰਜਕਾਲ 6 ਮਹੀਨੇ ਦਾ ਹੈ। ਹਾਈ ਕੋਰਟ ਨੇ ਕਿਹਾ 6 ਮਹੀਨੇ 'ਚ ਜਾਂਚ ਕਰੋ, ਸਿੱਟ ਦਾ ਕਾਰਜਕਾਲ 6 ਮਹੀਨੇ ਦਾ ਬਣਾਤਾ। ਸਰਕਾਰ ਨੂੰ ਕਿਉਂ ਕਹਿਣਾ ਪਿਆ ਵੀ ਸਿੱਟ ਆਪਣੀ ਜਾਂਚ 2 ਮਹੀਨੇ 'ਚ ਵੀ ਮੁਕਾ ਸਕਦੀ? ਕਿਉਂਕਿ ਮੰਗਾਂ ਹੋ ਰਹੀਆਂ ਨੇ। ਪ੍ਰਤਾਪ ਬਾਜਵੇ ਨੇ ਚਿੱਠੀ ਲਿਖੀ ਵੀ 1-2 ਮਹੀਨੇ ਦੇ ਵਿੱਚ ਸਿੱਟ ਦੀ ਜਾਂਚ ਹੈ ਜਿਹੜੀ ਉਹ ਮੁਕੰਮਲ ਹੋਣੀ ਚਾਹੀਦੀ ਹੈ, ਸਾਨੂੰ ਸਮੇਂ ਰਹਿੰਦੇ ਇਨਸਾਫ ਦੇਣਾ ਚਾਹੀਦਾ ਹੈ। ਇਸ ਕਰਕੇ ਸਰਕਾਰ 'ਤੇ ਦਬਾਅ ਹੈ, ਕੈਪਟਨ ਅਮਰਿੰਦਰ 'ਤੇ ਵੀ ਦਬਾਅ ਹੈ, ਔਰ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਕਹਿਣਾ ਪਿਆ ਵੀ ਸਿੱਟ ਆਪਣੀ ਜਾਂਚ 2 ਮਹੀਨਿਆਂ 'ਚ ਵੀ ਮੁਕਾ ਸਕਦੀ। ਪਰ ਮੈਨੂੰ ਨਹੀਂ ਲੱਗਦਾ ਐਡਾ ਵੱਡਾ ਮਾਮਲਾ ਜਿਹਨੂੰ 6 ਸਾਲ ਹੋ ਗਏ, ਜਿਹਦੇ ਤੇ 2 ਕਮਿਸ਼ਨ ਪਹਿਲਾਂ ਬਣ ਗਏ, 2 ਜੱਜਾਂ ਦੇ ਕਮਿਸ਼ਨ ਬਣ ਗਏ, ਜੋਰਾ ਸਿੰਘ ਜਸਟਿਸ ਰਣਜੀਤ ਸਿੰਘ, 2 ਐਡੇ ਵੱਡੇ ਜੱਜ, ਉਹਨਾਂ ਦੇ ਕਮਿਸ਼ਨ ਬਣ ਗਏ। ਪ੍ਰਬਲ ਪ੍ਰਤਾਪ ਔਰ ਕੁੰਵਰ ਵਿਜੇ ਦੀ ਸਿੱਟ ਕੰਮ ਕਰ ਗਈ। ਇਸ ਤੋਂ ਪਹਿਲਾਂ ਇਕਬਾਲ ਸਹੋਤਾ ਸਾਹਿਬ ਨੇ ਜਾਂਚ ਕਰ ਲਈ। ਇੰਨਾ ਕੁਝ ਹੋਣ ਤੋਂ ਬਾਅਦ ਕਿਹੜਾ ਇਹੋ ਜਿਹਾ ਜਾਦੂ ਹੈ ਇਸ ਸਿੱਟ ਕੋਲੇ ਗਗਨ, ਇਹ 3 ਅਫਸਰਾਂ ਕੋਲੇ, ਕਿ ਇਹ 2 ਮਹੀਨੇ 'ਚ ਜਾਂਚ ਨੂੰ ਮੁਕੰਮਲ ਕਰ ਦੇਣਗੇ? ਅਗਰ 6 ਸਾਲ 'ਚ ਜਾਂਚ ਨਹੀਂ ਮੁਕੰਮਲ ਹੋਈ, ਪੁਰਾਣੇ ਲੋਕਾਂ ਤੋਂ ਕਨਕਲੂਡ ਨਹੀਂ ਕਰ ਸਕੇ, ਇਹ 2 ਮਹੀਨਿਆਂ ਦੇ ਵਿੱਚ ਕਿੱਥੋਂ ਕਰ ਦੇਣਗੇ? ਸੋ ਇਸ ਕਰਕੇ ਇਹ ਸਰਕਾਰ ਇਸ ਕਰਕੇ ਕਹਿ ਰਹੀ ਹੈ ਕਿਉਂਕਿ ਮੰਗ ਕਰ ਰਹੇ ਨੇ ਪੋਲੀਟੀਕਲ ਲੀਡਰ। ਹੁਣ ਦਬਾਅ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਬਹੁਤ ਹੈ। ਦੇਖੋ, ਅਕਾਲੀ ਦਲ ਕਿਉਂ ਨਹੀਂ ਸੱਤਾ 'ਚ ਆਇਆ?
ਕਿਉਂਕਿ ਲੋਕਾਂ ਨੂੰ ਲੱਗਿਆ ਕਿ ਅਕਾਲੀ ਦਲ ਇਨਸਾਫ ਨਹੀਂ ਦੇ ਸਕਿਆ। ਜੇ ਅਕਾਲੀ ਦਲ ਦੇ ਰਾਜ 'ਚ ਘਟਨਾਵਾਂ ਹੋਈਆਂ, ਅਕਾਲੀ ਦਲ ਇਨਸਾਫ ਦੇ ਦਿੰਦਾ ਤੇ ਅਕਾਲੀ ਦਲ ਵੋਟਾਂ ਮੰਗਣ ਜੋਗਾ ਰਹਿ ਜਾਂਦਾ ਸੀ। ਹੁਣ ਕਾਂਗਰਸ ਇਹ ਸਥਿਤੀਆਂ 'ਚ ਹੈ, ਅਗਰ ਕਾਂਗਰਸ ਇਨਸਾਫ ਨਾ ਦੇ ਸਕੀ, ਕਿਉਂਕਿ ਇਹ ਮੁੱਦੇ ਪੋਲੀਟੀਕਲ ਨੇ, ਇਹ ਭਾਵਨਾਵਾਂ ਨਾਲ ਜੁੜੇ ਹੋਏ ਮੁੱਦੇ ਨੇ, ਤੇ ਕਾਂਗਰਸ ਕਿਸ ਮੂੰਹ ਨਾਲ ਵੋਟਾਂ ਮੰਗਣ ਜਾਊਗੀ? ਉਹੀ ਗੱਲ ਕਈ ਲੀਡਰ ਇਹਨਾਂ ਦੇ ਕਹਿਣ ਲੱਗ ਗਏ। ਸਿੱਧੂ ਵੀ ਤਾਂ ਉਹੀ ਗੱਲ ਕਹਿ ਰਿਹਾ ਨਾ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ, ਅਸੀਂ ਤਾਂ ਝੋਲੀਆਂ ਅੜਦੇ ਸੀ ਵਿਧਾਨ ਸਭਾ ਦੇ ਵਿੱਚ। ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਅਗਰ ਗ੍ਰਹਿ ਮੰਤਰੀ ਕਾਰਵਾਈ ਨਹੀਂ ਕਰਦਾ ਤੇ ਗ੍ਰਹਿ ਮੰਤਰਾਲਾ ਕਿਸੇ ਨੂੰ ਹੋਰ ਦੇ ਦਿਓ, ਉਹਦਾ ਮਤਲਬ ਇਹ ਹੈ ਕਿ ਇਸ ਵਕਤ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉੱਠ ਰਹੇ ਨੇ। ਔਰ ਸਭ ਤੋਂ ਵੱਡਾ ਜਿਹੜਾ ਸਵਾਲ ਉਠਾਇਆ ਜਾ ਰਿਹਾ ਉਹ ਇਹ ਉਠਾਇਆ ਜਾ ਰਿਹਾ ਹੈ, ਕੱਲ੍ਹ ਵੀ ਟਵੀਟ ਕੀਤਾ ਸੀ ਪਰਸੋਂ ਸਿੱਧੂ ਨੇ, ਔਰ ਸਾਰੇ ਲੋਕ ਜਾਣਦੇ ਨੇ ਇਸ ਗੱਲ ਨੂੰ, DGP ਦੀ ਪੋਸਟ ਨੂੰ ਚੁਣੌਤੀ ਹੋਈ, ਸੁਪਰੀਮ ਕੋਰਟ ਗਈ ਸਰਕਾਰ। ਚੀਫ ਮੁੱਖ ਸੈਕਟਰੀ ਦੀ ਨਿਯੁਕਤੀ ਹੋਈ, ਚੁਣੌਤੀ ਹੋਈ, ਸਰਕਾਰ ਸੁਪਰੀਮ ਕੋਰਟ ਗਈ। ਸਿੱਟ ਦੀ ਰਿਪੋਰਟ ਖਾਰਜ ਹੋਈ, ਜਿਹਦੇ ਪਿੱਛੇ ਵਿਧਾਨ ਸਭਾ ਦਾ ਸੈਸ਼ਨ ਬਣਾ ਕੇ ਸਿੱਟ ਬਣਾਈ ਗਈ ਸੀ, ਉਹ ਸਿੱਟ ਖਾਰਜ ਹੋਈ ਤੇ ਉਹ ਸਿੱਟ ਖਾਰਜ ਹਾਈ ਕੋਰਟ ਨੇ ਕੀਤੀ ਤੇ ਸਰਕਾਰ ਸੁਪਰੀਮ ਕੋਰਟ ਕਿਉਂ ਨਹੀਂ ਗਈ? ਦੇਖੋ ਸਵਾਲ ਦੋ ਵੱਡੇ ਨੇ, ਇੱਕ ਇਨਸਾਫ ਦਾ, ਇੱਕ ਇਹ ਕਿ ਸਰਕਾਰ ਆਖਰ ਸੁਪਰੀਮ ਕੋਰਟ ਕਿਉਂ ਨਹੀਂ ਗਈ? ਅਗਰ ਸਰਕਾਰ ਹਾਈ ਕੋਰਟ ਦੀ ਖਾਰਜ ਕੀਤੀ ਸਿੱਟ ਨੂੰ ਹੀ ਸੁਪਰੀਮ ਕੋਰਟ 'ਚ ਚੈਲੰਜ ਕਰ ਦਿੰਦੀ, ਅਗਰ ਹਾਈ ਕੋਰਟ ਦੇ ਫੈਸਲੇ ਦੀ ਸੁਪਰੀਮ ਕੋਰਟ ਰੋਕ ਲਾ ਦਿੰਦੀ, ਕਿਉਂਕਿ ਨਵੀਂ ਸਿੱਟ ਬਣਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਫਿਰ ਸਵਾਲ ਇਹ ਹੈ, ਇਸ ਕਰਕੇ ਪੋਲੀਟੀਕਲ ਲੋਕਾਂ ਦੇ ਜ਼ਿਹਨ 'ਚ ਵੀ ਸਵਾਲ ਖੜੇ ਹੋ ਰਹੇ ਨੇ, ਲੋਕਾਂ ਦੇ ਜ਼ਿਹਨ 'ਚ ਵੀ ਸਵਾਲ ਖੜੇ ਹੋ ਰਹੇ ਨੇ, ਤੇ ਲੋਕ ਇਹਨਾਂ ਸਵਾਲਾਂ ਦਾ ਜਵਾਬ ਸਰਕਾਰ ਤੋਂ ਮੰਗ ਰਹੇ ਨੇ। ਲੋਕ ਸਰਕਾਰ 'ਤੇ ਇਲਜ਼ਾਮ ਨਹੀਂ ਲਾ ਰਹੇ ਕੋਈ, ਲੋਕ ਤਾਂ ਸਰਕਾਰ ਤੋਂ ਪੁੱਛ ਰਹੇ ਨੇ ਵੀ ਸਰਕਾਰੇ ਇਨਸਾਫ ਕਦੋਂ ਮਿਲੂਗਾ, ਸਰਕਾਰੇ ਤੁਸੀਂ ਸੁਪਰੀਮ ਕੋਰਟ ਕਿਉਂ ਨਹੀਂ ਗਏ? ਬਸ ਆ ਦੋ ਸਵਾਲ ਲੋਕ ਪੁੱਛ ਰਹੇ ਨੇ, ਇਹੀ ਸਾਰਾ ਮਸਲਾ ਹੈ। ਬਿਲਕੁਲ ਸਾਹਿਬ, ਜਿਸ ਤਰ੍ਹਾਂ ਇਹ ਸਾਰਾ ਕੁਝ ਨਿਕਲ ਕੇ ਆ ਰਿਹਾ ਹੈ, ਹੁਣ ਰਵਨੀਤ ਬਿੱਟੂ ਵੀ ਆ ਗਏ ਨੇ ਬਾਹਰ ਨਿਕਲ ਕੇ, ਕੈਪਟਨ ਅਮਰਿੰਦਰ ਸਿੰਘ ਦਾ ਵੀ ਸਿੱਧੇ ਤੌਰ ਦੇ ਉੱਤੇ ਵਿਰੋਧ ਹੁਣੇ ਕਰ ਰਹੇ ਨੇ। ਉਧਰ ਮੁਹੰਮਦ ਸਦੀਕ ਹੋਣੀ ਜੋ ਕਿ ਸੰਸਦ ਨੇ, ਉਹਨਾਂ ਦਾ ਕਹਿਣਾ ਕਿ ਮੈਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਉਹ ਵੀ ਬਾਹਰ ਆ ਗਏ ਨੇ ਉਸੇ ਤਰੀਕੇ ਨਾਲ। ਇਹ ਜਿਹੜਾ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮਾਹੌਲ ਬਣਦਾ ਜਾ ਰਿਹਾ, ਇਸ ਮਾਹੌਲ ਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਰਾਤ ਸੁਖਜਿੰਦਰ ਰੰਧਾਵਾ ਦੇ ਘਰੇ ਜਦੋਂ ਉਹਨਾਂ ਨੇ ਬੈਠਕ ਬਾਕੀ ਵਿਧਾਇਕਾਂ ਨਾਲ ਕੀਤੀ ਆ, ਉਸ ਤੋਂ ਬਾਅਦ ਰਾਜਕੁਮਾਰ ਵੇਰਕਾ ਮੁਲਾਕਾਤ ਕਰਕੇ ਆਏ ਨੇ। ਉਹਨਾਂ ਨੇ ਹਾਲਾਂਕਿ ਕਿਹਾ ਕਿ ਸਾਡੀ ਸੁਭਾਵਿਕ ਤੌਰ ਦੇ ਉੱਤੇ ਮੁਲਾਕਾਤ ਸੀ ਕਿਉਂਕਿ ਘਰ ਇਕੱਠੇ ਨੇ ਸਾਡੇ, ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਨਾ ਕਿ ਸਮਝਾਉਣ ਦੀ ਇੱਕ ਦੂਜੇ ਨੂੰ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਮੰਤਰੀ ਮੰਡਲ ਦੀ ਬੈਠਕ ਹੈ ਪਰਸੋਂ ਨੂੰ। ਦੇਖੋ ਮੰਤਰੀ ਮੰਡਲ ਦੀ ਬੈਠਕ ਹੈ, ਉਹ ਵਰਚੁਅਲ ਬੈਠਕ ਹੈ। ਉਸ ਬੈਠਕ ਦੇ ਵਿੱਚ ਏਜੰਡਾ ਮੈਨੂੰ ਲੱਗਦਾ ਕੋਵਿਡ ਦਾ ਜ਼ਿਆਦਾ ਰਹੂਗਾ। ਉਸ ਬੈਠਕ ਦੇ ਵਿੱਚ ਇਹ ਗੱਲਾਂ ਸ਼ਾਇਦ ਨਾ ਵਿਚਾਰ ਚਾਹੁਣ। ਹੁਣ ਇਹ ਵੀ ਦੇਖੋ ਧਿਆਨ ਰੱਖਣ ਯੋਗ ਗੱਲ ਹੈ ਕਿ ਮੰਤਰੀ ਮੰਡਲ ਦੀ ਬੈਠਕ 'ਚ ਹੁਣ ਕਿਹੜੇ ਮੰਤਰੀ ਸ਼ਾਮਲ ਹੋਣਗੇ ਔਰ ਕਿਹੜੇ ਮੰਤਰੀ ਸ਼ਾਮਲ ਨਹੀਂ ਹੋਣਗੇ। ਅਗਰ ਜਿਹੜੇ ਮੰਤਰੀ ਇਸ ਵਕਤ ਇਹ ਸੋਚ ਚੁੱਕੇ ਨੇ ਕਿ ਅਸੀਂ ਇਨਸਾਫ ਦੀ ਮੰਗ ਬੁਲੰਦ ਕਰਨੀ ਹੈ, ਸਟੈਂਡ ਆਪਣਾ ਉੱਧਰ ਰੱਖਣਾ ਹੈ, ਹੋ ਸਕਦਾ ਉਹ ਮੰਤਰੀ ਮੰਡਲ ਦੀ ਬੈਠਕ 'ਚ ਨਾ ਜਾਣ। ਇਹ ਕੱਲ੍ਹ ਪਤਾ ਲੱਗੂਗਾ ਮੰਤਰੀ ਮੰਡਲ ਦੀ ਬੈਠਕ 'ਚ ਕਿੰਨੇ ਲੋਕ ਜਿਹੜੇ ਨਹੀਂ ਜਾਂਦੇ। 12 ਮਈ ਦੀ ਹੈ ਮੰਤਰੀ ਮੰਡਲ ਦੀ ਬੈਠਕ, 13 ਮਈ ਦੀ ਮੰਤਰੀ ਮੰਡਲ ਦੀ ਬੈਠਕ ਹੈ। ਸੋ ਪਰਸੋਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਲੋਕ ਮੰਤਰੀ ਮੰਡਲ ਦੀ ਬੈਠਕ 'ਚ ਨਹੀਂ ਜਾ ਰਹੇ। ਹੁਣ ਦੂਜੀ ਗੱਲ, ਤੁਸੀਂ ਕਹਿ ਰਹੇ ਹੋ ਕਿ ਰਾਜਕੁਮਾਰ ਵੇਰਕਾ ਜਾ ਕੇ ਆਏ ਨੇ। ਦੇਖੋ ਠੀਕ ਹੈ, ਇਹ ਵੀ ਪਤਾ ਲੱਗਿਆ ਮੁੱਖ ਮੰਤਰੀ ਦੇ ਸਲਾਹਕਾਰ ਨੇ ਭਰਤਿੰਦਰ ਚਾਲ, ਉਹ ਵੀ ਮਿਲ ਕੇ ਆਏ ਨੇ। ਕੋਸ਼ਿਸ਼ਾਂ ਕੈਪਟਨ ਧੜੇ ਵੱਲੋਂ ਵੀ ਹੋ ਰਹੀਆਂ ਨੇ ਕਿ ਇਹਨਾਂ ਸਾਰੇ ਲੀਡਰਾਂ ਨੂੰ ਇਹ ਸਮਝਾਇਆ ਜਾਵੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਫਿਰ ਸਿੱਟ ਬਣਾਤੀ, ਅਸੀਂ ਇਨਸਾਫ ਲਈ ਸਿੱਟ ਦੇ ਉੱਤੇ ਹੀ ਨਿਰਭਰ ਰਵਾਂਗੇ, ਕਿਉਂਕਿ ਸਿੱਟ ਨੇ ਜਾਂਚ ਕਰਨੀ ਹੈ, ਬਾਅਦ 'ਚ ਅਦਾਲਤਾਂ ਨੇ ਇਨਸਾਫ ਦੇਣਾ। ਆਪਣੇ ਵੱਲੋਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਗੱਲ ਇਹ ਹੈ ਕਿ ਇਹ ਮਸਲਾ ਜਿਹੜਾ ਹੈ ਇਹ ਇੰਨਾ ਜ਼ਿਆਦਾ ਵੱਡਾ ਬਣ ਗਿਆ ਹੁਣ ਕਿ ਹੁਣ ਇਹ ਮੀਟਿੰਗਾਂ ਦੇ ਨਾਲ ਵੀ ਕੋਈ ਬਹੁਤਾ ਜ਼ਿਆਦਾ ਨਤੀਜਾ ਮੈਨੂੰ ਲੱਗਦਾ ਨਿਕਲਣ ਵਾਲਾ ਨਹੀਂ, ਕਿਉਂਕਿ ਇਸ ਮੁੱਦੇ 'ਤੇ ਕਾਂਗਰਸ ਵੰਡੀ ਗਈ। ਇਸ ਮੁੱਦੇ 'ਤੇ ਕਾਂਗਰਸ ਕੈਪਟਨ ਧੜਾ ਤੇ ਸਿੱਧੂ ਧੜੇ 'ਚ ਵੰਡੀ ਗਈ। ਅਗਰ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਬਰਾਬਰ ਦੀ ਤਾਕਤ ਦੇ ਕੇ ਰੱਖਦੇ, ਜਾਂ ਉਹਨਾਂ ਦਾ ਮਹਿਕਮਾ ਨਾ ਬਦਲਦੇ, ਜਾਂ ਅਗਰ ਹਰੀਸ਼ ਰਾਵਤ ਵਕਾਲਤ ਕਰਦੇ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾਈਏ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਹਿਮਤੀ ਦੇ ਦਿੰਦੇ, ਤੇ ਅੱਜ ਸਥਿਤੀਆਂ ਹੋਰ ਵੀ ਹੋ ਸਕਦੀਆਂ ਸੀ ਪੰਜਾਬ 'ਚ। ਦੇਖੋ ਵਕਤ ਨਿਕਲਣ ਤੋਂ ਬਾਅਦ, ਮੈਂ ਅੱਗੇ ਵੀ ਕਹਿੰਦਾ ਹੁੰਦਾ, ਜਦੋਂ ਇਮਤਿਹਾਨ ਹੋ ਗਏ ਫਿਰ ਟਿਊਸ਼ਨ ਰੱਖਣ ਦਾ ਕੀ ਫਾਇਦਾ ਗਗਨ? ਫਿਰ ਤਾਂ ਤੁਸੀਂ ਅਗਲੀ ਕਲਾਸ ਦੀ ਟਿਊਸ਼ਨ ਰੱਖ ਲਓ, ਜਾਂ ਅਗਰ ਤੁਹਾਨੂੰ ਡਰ ਹੈ ਤੁਸੀਂ ਫੇਲ ਹੋ ਜਾਓਗੇ ਫਿਰ ਤੁਸੀਂ ਪੁਰਾਣੇ ਸਬਜੈਕਟਾਂ ਦੀ ਟਿਊਸ਼ਨ ਰੱਖ ਸਕਦੇ ਹੋ। ਇਮਤਿਹਾਨ ਨਿਕਲਣ ਤੋਂ ਬਾਅਦ ਟਿਊਸ਼ਨ ਦਾ ਕੋਈ ਫਾਇਦਾ ਨਹੀਂ। ਮੈਚ ਖਤਮ ਹੋ ਗਿਆ, ਮੁੜ ਕੇ ਤੁਸੀਂ ਗੋਲ 'ਚ ਇਕੱਲੇ ਖੜੇ ਜਿੰਨੇ ਮਰਜ਼ੀ ਗੋਲ ਕਰੀ ਚੱਲੋ, ਉਹਦਾ ਕੋਈ ਮੁੱਲ ਨਹੀਂ। ਇਸ ਕਰਕੇ ਹੁਣ ਜਿਹੜੀ ਆਪਸ 'ਚ ਸਮਝੌਤੇ ਵਾਲੀ ਗੱਲ ਸੀ ਨਾ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੀ, ਉਹ ਤਾਂ ਵੇਲਾ ਖਤਮ ਹੋ ਗਿਆ। ਅਗਰ ਪਹਿਲਾਂ ਸਮੇਂ ਰਹਿੰਦੇ ਸਮਝੌਤਾ ਕਿਸੇ ਤਰ੍ਹਾਂ ਦਾ ਸਿਆਸੀ ਹੋ ਜਾਂਦਾ ਨਵਜੋਤ ਸਿੰਘ ਸਿੱਧੂ ਨਾਲ ਕੈਪਟਨ ਅਮਰਿੰਦਰ ਧੜੇ ਦਾ, ਵੀ ਠੀਕ ਹੈ ਹਰੀਸ਼ ਰਾਵਤ ਜਾਂ ਹਾਈ ਕਮਾਂਡ ਵਕਾਲਤ ਕਰ ਰਹੀ ਹੈ ਸੂਤਰਾਂ ਮੁਤਾਬਕ, ਤੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿਓ, ਕੈਪਟਨ ਅਮਰਿੰਦਰ ਮੁੱਖ ਮੰਤਰੀ ਹੈ, ਦੋਵਾਂ ਦੇ ਵਿੱਚ ਕੋਈ ਸਹਿਮਤੀ ਬਣਾ ਦਿਓ, ਅਗਲੇ ਜਿਹੜੇ 5 ਸਾਲ ਨੇ ਉਹਦੇ 'ਚ ਤੁਸੀਂ ਕੋਈ ਸਾਂਝਾ ਪ੍ਰੋਗਰਾਮ ਦੇ ਦਿਓ ਵੀ 2.5 ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਰਹਿਣਗੇ, 2.5 ਸਾਲ ਨਵਜੋਤ ਸਿੰਘ ਸਿੱਧੂ। ਇਹ ਤਾਂ ਹੁੰਦੇ ਪੋਲੀਟੀਕਲ ਸਮਝੌਤੇ। ਜਦੋਂ ਇਹ ਪੋਲੀਟੀਕਲ ਸਮਝੌਤਾ ਹੋਇਆ ਹੀ ਨਹੀਂ, ਸਿੱਧੂ ਟਵੀਟ ਕਰ ਰਿਹਾ ਇਨਸਾਫ ਲਈ, ਕੈਪਟਨ ਅਮਰਿੰਦਰ ਨੇ ਕਹਿਤਾ ਉਹ ਤਾਂ ਕੇਜਰੀਵਾਲ ਨਾਲ ਮੀਟਿੰਗਾਂ ਕਰ ਰਿਹਾ, ਤੇ ਗੱਲ ਤੜਿੱਕ ਹੋ ਗਈ।
ਸ਼ੀਸ਼ੇ 'ਚ ਤਰੇੜ ਪਈ ਕਦੇ ਜੁੜੀ ਆ ਗਗਨ? ਤੁਸੀਂ ਐਲਫੀ ਉਲਫੀ ਲਾ ਕੇ ਟੈਂਪਰੇਰੀ ਜੇ ਉਹਨੂੰ ਬਹੁਤ ਦੂਰ ਰੱਖ ਦੋ, ਬਹੁਤ ਦੂਰ ਪਏ ਸ਼ੀਸ਼ੇ 'ਚ ਕਈ ਵਾਰੀ ਤਰੇੜ ਨਹੀਂ ਦਿਖਦੀ, ਪਰ ਜੇ ਸੂਰਜ ਸਾਹਮਣੇ ਚਮਕਣ ਲੱਗ ਜੇ ਫਿਰ ਪਤਾ ਲੱਗ ਜਾਂਦਾ ਵੀ ਤਰੇੜ ਹੈ ਸ਼ੀਸ਼ੇ 'ਚ। ਸੋ ਉਹ ਸਥਿਤੀਆਂ ਬਣ ਗਈਆਂ। ਇਸ ਕਰਕੇ ਹੁਣ ਤਾਂ ਇਸ ਮਾਮਲੇ ਦਾ ਸਿਆਸੀ ਅੰਤ ਵਕਤ ਨਾਲ ਹੀ ਪਤਾ ਲੱਗਣਾ ਵੀ ਕੀ ਕਾਂਗਰਸ 2 ਧੜਿਆਂ 'ਚ ਵੰਡੀ ਜਾਂਦੀ ਜਾਂ ਕਾਂਗਰਸ 3 ਧੜਿਆਂ 'ਚ ਵੰਡੀ ਜਾਂਦੀ, ਜਾਂ ਹਾਈ ਕਮਾਂਡ ਸਿੱਧੂ ਨੂੰ ਹੀ ਐਲਾਨੂਗੀ ਅਗਲਾ ਚਿਹਰਾ। ਇਹ ਵੀ ਹੋ ਸਕਦਾ ਕਿ ਹਾਈ ਕਮਾਂਡ ਕਹਿ ਦੇ ਵੀ ਸਾਡਾ ਅਗਲਾ ਚਿਹਰਾ ਸਿੱਧੂ ਹੋਣਗੇ। ਇਹ ਵੀ ਹੋ ਸਕਦਾ ਹਾਈ ਕਮਾਂਡ ਕਹਿ ਦੇ ਸਾਡਾ ਅਗਲਾ ਚਿਹਰਾ ਕੈਪਟਨ ਅਮਰਿੰਦਰ ਹੋਣਗੇ। ਉਸ ਤੋਂ ਬਾਅਦ ਮੰਤਰੀ ਤੇ ਐਮਐਲਏ ਤੈਅ ਕਰ ਲੈਣਗੇ। ਹਾਈ ਕਮਾਂਡ ਦਾ ਫੈਸਲਾ ਮੈਨੂੰ ਲੱਗਦਾ ਨਿਕਟ ਭਵਿੱਖ 'ਚ ਜ਼ਰੂਰ ਇਹਦੇ ਤੇ ਹੋਊਗਾ ਹੀ ਹੋਊਗਾ, ਕਿਉਂਕਿ ਉਸ ਤੋਂ ਬਿਨਾਂ ਇਹ ਮਸਲਾ ਨਿਬੜਨਾ ਨਹੀਂ। ਤਦ ਤੱਕ ਤਾਕਤ ਹੈ ਸਭ ਦੀ। ਕੈਪਟਨ ਧੜਾ ਐਮਐਲਏ ਤੇ ਮੰਤਰੀਆਂ ਨੂੰ ਆਪਣੇ ਵੱਲ ਰੱਖਣ ਦੀ ਕੋਸ਼ਿਸ਼ ਕਰੂਗਾ। ਸਿੱਧੂ ਦੇ ਨਾਲ ਜਿਹੜੇ ਜਾਣਾ ਚਾਹਣਗੇ ਉਹ ਸਿੱਧੂ ਦੇ ਨਾਲ ਆ ਕੇ ਖੜ ਜਾਣਗੇ। ਇਹ ਸਥਿਤੀਆਂ ਨੇ ਜਿਹੜੀਆਂ ਪੰਜਾਬ ਦੀਆਂ ਮੈਨੂੰ ਦਿਖ ਰਹੀਆਂ ਨੇ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਜੋ ਪੰਜਾਬ ਦੇ ਵਿੱਚ ਹੁਣ ਜੋ ਕੁਝ ਹੋਣਾ ਇਹ ਸਿਆਸਤ ਦੇ ਵਿੱਚ ਬਹੁਤ ਵੱਡਾ ਹੋਣਾ ਹੈ, ਕਿਉਂਕਿ ਕਾਂਗਰਸ ਦਾ ਅੰਦਰਲਾ ਜੋ ਵੀ ਕੁਝ ਚੱਲ ਰਿਹਾ ਹੈ ਹੁਣ ਇਹਨੂੰ ਸੁਲਝਾਉਣ ਦੀ ਕੋਸ਼ਿਸ਼ ਹਾਈਕਮਾਨ ਵੀ ਕਰੇਗੀ। ਹਾਲਾਂਕਿ ਜਿਹੜੀ ਪਰਸੋਂ ਦੀ ਕੈਬਨਿਟ ਬੈਠਕ ਹੈ ਦੁਪਹਿਰ 2:30 ਵਜੇ ਦੇ ਕਰੀਬ ਹੋਣੀ ਹੈ, ਉਸ ਬੈਠਕ ਦੇ ਵਿੱਚ ਜਿਹੜੇ ਮੰਤਰੀ ਨਾ ਪਹੁੰਚੇ ਉਹਨਾਂ ਦੀਆਂ ਕੁਰਸੀਆਂ ਦੇ ਉੱਤੇ ਵੀ ਕੈਪਟਨ ਅਮਰਿੰਦਰ ਸਿੰਘ ਖਤਰਾ ਜਿਹੜਾ ਉਹ ਪੈਦਾ ਕਰ ਸਕਦੇ ਨੇ। ਸੋ ਇਹ ਵੀ ਸਾਫ਼ ਹੋਏਗਾ ਕਿ ਹੋ ਸਕਦਾ ਹੈ ਕਿ ਮੰਤਰੀ ਮੰਡਲ ਦੇ ਵਿਸਥਾਰ ਦੇ ਵੱਲ ਵੀ ਸਰਕਾਰ ਵੱਧ ਜੇ। ਸੋ ਇਸ ਦੇ ਉੱਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।